ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਸਾਡੇ ਪਿੰਡਾਂ ਦੀ ਰੀਤ ਹੈ ਕਿ ਜੇ ਕੋਈ ਤੁਹਾਡੇ ਕੋਲ ਟੁਰ ਕੇ ਆ ਜਾਏ ਤਾਂ ਫਿਰ ਉਹਦਾ ਮਾਣ ਰੱਖਿਆ ਜਾਂਦਾ ਹੈ। ਉਹਨੇ 7 ਖੂਨ ਵੀ ਕੀਤੇ ਹੋਣ ਤੇ ਮਾफ़ ਕਰਨੇ ਪੈਂਦੇ ਨੇ। ਸਾਡੀ ਰਹਿਤਲ ਦੂਜਿਆਂ ਦਾ ਮਾਣ ਰੱਖਦੀ ਹੈ, ਉਹਨੂੰ ਇੱਜ਼ਤ ਦਿੰਦੀ ਹੈ ਅਤੇ ਇਹ ਖਿਆਲ ਕਰਦੀ ਹੈ ਕਿ ਜੇ ਕੋਈ ਆਪਣੀ ਗਲਤੀ ਉੱਤੇ ਪਛਤਾ ਰਿਹਾ ਹੈ ਤਾਂ ਫਿਰ ਉਹਨੂੰ ਹੋਰ ਅਜ਼ੀਅਤ ਮੁਬਤਲਾ ਕਰਨ ਦੀ ਬਜਾਏ ਮੌਕਾ ਦਿੱਤਾ ਜਾਏ। ਬਾਰ-ਬਾਰ ਮੌਕੇ ਦੇਣ ਮਗਰੋਂ ਵੀ ਕੋਈ ਨਾ ਸੁਧਰੇ ਤਾਂ ਫਿਰ ਉਹਦਾ ਇਲਾਜ ਜ਼ਰੂਰੀ ਹੈ। ਇਲਾਜ ਲਈ ਸਾਡੇ ਮੁਲਕ ਦਾ ਕਾਨੂੰਨ ਵੀ ਮੌਜੂਦ ਹੈ ਅਤੇ ਸਾਡੀਆਂ ਰਵਾਇਤੀ ਪੰਚਾਇਤਾਂ ਵੀ। ਉਂਝ ਵੀ ਦੇਸ਼ ਪੰਜਾਬ ਦੀ ਇੱਕ ਰਵਾਇਤ ਧੀਆਂ ਨੂੰ ਮਾਣ ਦੇਣਾ ਹੈ। ਜੇ ਦੁਸ਼ਮਣੀ ਲਹੂ ਰੰਗ ਹੈ, ਦੋਵਾਂ ਧਿਰਾਂ ਦੇ ਕਈ ਲੋਕ ਇਸ ਦੁਸ਼ਮਣੀ ਦੀ ਭੀੜ ਛੱਡ ਚੁੱਕੇ ਨੇ, ਅਤੇ ਫਿਰ ਵੀ ਜੇ ਇੱਕ ਧਿਰ ਵੱਲੋਂ ਕੋਈ ਧੀ ਜਾਂ ਭੈਣ ਬੂਹੇ ਤੇ ਆਣ ਖਲੋਵੇ ਅਤੇ ਉਹਦੇ ਨਾਲ ਦੂਜੀ ਕੋਈ ਗੱਲ ਨਹੀਂ ਕੀਤੀ ਜਾਂਦੀ, ਉਹਦੇ ਸਿਰ 'ਤੇ ਇੰਝ ਹੀ ਪਿਆਰ ਦੇਈਦਾ ਹੈ ਜਿਵੇਂ ਅਸੀਂ ਆਪਣੀਆਂ ਧੀਆਂ ਦੇ ਸਿਰ ਕੱਜਦੇ ਹਾਂ। ਇਹੋ ਰੀਤਲ ਹੈ ਜਿੱਥੇ ਨਾ ਸਿਰਫ ਦੂਜਿਆਂ ਦੀ ਇੱਜ਼ਤ ਰੱਖਣ ਦਾ ਤਸੱਵਰ ਦਿੱਤਾ, ਬਲਕਿ ਧੀਆਂ ਭੈਣਾਂ ਨੂੰ ਇੰਨਾ ਮਾਣ ਦਿੱਤਾ ਕਿ ਉਹਦੇ ਦੁਆਰੇ ਆਉਣ ਉੱਤੇ ਕਤਲ ਤੇ ਖੂਨ ਮਾਫ਼ ਕਰ ਦੇਣ ਦੀ ਰਵਾਇਤ ਪਾਈ। ਪਰ ਇਹਦੇ ਨਾਲ ਨਾਲ ਇਹ ਸਰਖਾ ਵਾਲੀ ਧਰਤੀ ਨੇ ਸਾਨੂੰ ਇਹ ਸਬਕ ਵੀ ਸਿਖਾਇਆ ਹੈ ਕਿ ਜੇਕਰ ਕੋਈ ਬਾਰ-ਬਾਰ ਤੁਹਾਨੂੰ ਤੰਗ ਕਰੇ, ਛੇੜਦਾ ਰਹੇ ਅਤੇ ਤੁਹਾਡੇ ਸਾਹ ਘੁੱਟਣ ਦੀ ਕੋਸ਼ਿਸ਼ ਕਰੇ, ਫਿਰ ਉਹਨੂੰ ਰੱਦੇ ਅਮਲ ਨਾ ਦੇਣਾ ਵੀ ਠੀਕ ਨਹੀਂ। ਮੈਂ ਕੱਲ੍ਹ ਸਿੰਧੀ ਕੌਮ ਪ੍ਰਸਥਾ ਦੀ ਗੱਲ ਕੀਤੀ ਅਤੇ ਆਖਿਆ ਸੀ ਕਿ ਸਾਡੇ ਨਾਲ ਹਮੇਸ਼ਾ ਤੋਂ ਇਹੋ ਸਲੂਕ ਕੀਤਾ ਗਿਆ ਹੈ ਕਿ ਅਸੀਂ ਆਪਣਾ ਦਸਤਰਖਾਨ ਸਾਂਝਾ ਕਰਦੇ ਹਾਂ ਅਤੇ ਇਹਦੇ ਉੱਤੇ ਬਹਿ ਕੇ ਸਾਡੇ ਨਾਲ ਰਲ ਕੇ ਸਾਡਾ ਹੀ ਰਿਜ਼ਕ ਖਾਣ ਵਾਲੇ ਮੁੜ ਤਾਨੇ ਵੀ ਸਾਨੂੰ ਹੀ ਮਾਰਦੇ ਨੇ। ਇਹ ਰਵੱਈਆ ਕਿਸੇ ਇੱਕ ਸੂਬੇ ਵੱਲੋਂ ਨਹੀਂ, ਬਲਕਿ ਸਿੰਧ, ਬਲੋਚਿਸਤਾਨ ਅਤੇ ਖਾਸ ਕਰ ਪਠਾਣਾ ਵੱਲੋਂ ਬਹੁਤ ਜ਼ਿਆਦਾ ਮੁਤਸ਼ੱਦਦ ਰੰਗ ਵਿੱਚ ਮੌਜੂਦ ਹੈ। ਮੈਂ ਕਦੀ ਵੀ ਸੂਬਾਈ ਤਾਸਬ ਅਤੇ ਬੋਲੀ ਦੇ ਨਾਂ ਉੱਤੇ ਨਫ਼ਰਤਾਂ ਫੈਲਾਉਣ ਦੀ ਹਮਾਇਤ ਨਹੀਂ ਕਰਦਾ। ਮੈਂ ਹਮੇਸ਼ਾ ਇਸ ਗੱਲ ਨੂੰ ਅਗਾਂਹ ਵਧਾਇਆ ਹੈ ਕਿ ਦੇਸ਼ ਪੰਜਾਬ ਵਿੱਚ ਵਸਣ ਵਾਲੀ ਹਰ ਕੌਮ ਦਾ ਇੱਕ ਦੂਜੇ ਨਾਲ ਰਿਸ਼ਤਾ ਸਕੇ ਭਰਾਵਾਂ ਤੋਂ ਵੱਧ ਹੈ। ਮੈਂ ਹਮੇਸ਼ਾ ਇਸ ਫਲਸਫੇ ਅਤੇ ਮੰਤਕ ਰਾਹੀਂ ਤਾਲਕ ਬਣਾਏ ਨੇ ਕਿ ਅਸੀਂ ਸਭੇ ਰੱਬ ਦੇ ਜੀ ਹਾਂ। ਸਾਨੂੰ ਉਸੇ ਰੱਬ ਨੇ ਵੱਖੋ ਵੱਖ ਸ਼ਨਾਖਤਾਂ ਦਿੱਤੀਆਂ, ਇਹਨਾਂ ਸ਼ਨਾਖਤਾਂ ਨੂੰ ਅਸੀਂ ਮੁਹੱਬਤਾਂ ਦੇ ਰੰਗ ਵਿੱਚ ਰੰਗਣਾ ਹੈ, ਨਾ ਕਿ ਇਹਨਾਂ ਨੂੰ ਨਫ਼ਰਤ ਦਾ ਅਜਿਹਾ ਜ਼ਰੀਆ ਬਣਾਉਣਾ ਹੈ ਕਿ ਇੱਕ ਦੂਜੇ ਦੀ ਪੱਤ ਰੋਲਣਾ ਸ਼ੁਰੂ ਕਰ ਦਿੱਤੀ ਜਾਏ। ਮੈਨੂੰ ਇਹ ਸਬਕ ਆਪਣੇ ਵਡਕਿਆਂ ਤੋਂ ਮਿਲਿਆ ਹੈ, ਜਿਨ੍ਹਾਂ ਇਹ ਰੋਸ਼ਨੀ ਬਾਬਾ ਫਰੀਦ, ਵਾਰਿਸ ਸ਼ਾਹ, ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਦੇ ਕਲਾਮ 'ਚੋਂ ਲਈ। ਮੈਂ ਸਮਝਦਾ ਹਾਂ ਕਿ ਜਿਹੜਾ ਇਨਸਾਨੀਅਤ ਦਾ ਤਸੱਵਰ ਸਾਡੇ ਇਹਨਾਂ ਬਜ਼ੁਰਗਾਂ ਦੀ ਸ਼ਾਇਰੀ ਨਾਲ ਹੀ ਲੱਭਦਾ ਹੈ, ਉਹੀ ਫਿਕਰ ਅਤੇ ਸੋਚ ਸ਼ਾਹ ਲਤੀਫ ਭੁਟਾਈ, ਸੱਚਾ ਸਰਮਸਤ, ਰਹਿਮਾਨ ਬਾਬਾ ਅਤੇ ਬਲੋਚ ਸੂਫੀਆ ਦੇ ਕਲਾਮ ਵਿੱਚ ਵੀ ਮੌਜੂਦ ਹੈ। ਪਰ ਬੜੀ ਬਦਨਸੀਬੀ ਦੀ ਗੱਲ ਹੈ ਕਿ ਜਿਵੇਂ ਸਾਡੇ ਪੰਜਾਬੀਆਂ ਨੇ ਉਹਨਾਂ ਦੀ ਜੁੜਤ ਕਿਸੇ ਵੀ ਤਬਕੇ ਨਾਲ ਕਿਉਂ ਨਾ ਹੋਵੇ, ਆਪਣੇ ਸੂਫੀਆ ਦਾ ਕਲਾਮ ਆਪਣੀ ਸੋਚ ਅਤੇ ਸ਼ਊਰ ਦਾ ਹਿੱਸਾ ਬਣਾਇਆ, ਇਹ ਜੇ ਦੂਜੇ ਸੂਬਿਆਂ ਇਹਨੂੰ ਆਪਣੀ ਰਵਾਇਤ ਦਾ ਹਿੱਸਾ ਨਹੀਂ ਬਣਾਇਆ। ਸੱਜਣੋ, ਅੱਜ DGISPR ਨੇ ਇੱਕ ਵੱਡੀ ਗੱਲ ਕੀਤੀ ਹੈ। ਉਹਨਾਂ ਦਾ ਆਖਣਾ ਹੈ ਕਿ ਅਸੀਂ ਪਿਛਲੇ 40 ਵਰ੍ਹਿਆਂ ਤੋਂ ਲੱਖਾਂ ਅਫਗਾਨ ਮੁਹਾਜਰੀਨ ਦੀ ਮੇਜ਼ਬਾਨੀ ਕਰ ਰਹੇ ਹਾਂ। ਅਸੀਂ ਉਹਨਾਂ ਲਈ ਆਪਣਾ ਦਸਤਰਖਾਨ ਵਸੀਹ ਕੀਤਾ, ਉਹਨਾਂ ਦੀ ਹਰ ਮੁੱਢਲੀ ਲੋੜ ਦਾ ਖਿਆਲ ਰੱਖਿਆ ਅਤੇ ਉਹ ਹੀ ਹੱਕ ਦਿੱਤੇ ਜਿਹੜੇ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਜਾਂ ਬਾਲ ਬੱਚਿਆਂ ਨੂੰ ਦਿੰਦੇ ਹਾਂ। ਪਰ ਇਹਦੇ ਬਦਲੇ ਸਾਨੂੰ ਉਹ ਸਿਲਾ ਨਹੀਂ ਮਿਲਿਆ ਜਿਹਦੇ ਅਸੀਂ ਹੱਕਦਾਰ ਸਾਂ। ਉਹਨਾਂ ਆਖਿਆ ਕਿ ਪਾਕਿਸਤਾਨ ਵਿੱਚ ਹੋਣ ਵਾਲੀ ਦਹਿਸ਼ਤਗਰਦੀ ਜਿੱਥੇ ਹਿੰਦੁਸਤਾਨੀ ਸਪਾਂਸਰਡ ਹੈ, ਉੱਥੇ ਹੀ ਇਹਦੇ ਵਿੱਚ ਅਫਗਾਨ ਬਸ਼ਿੰਦੇ ਵੀ ਪੂਰੀ ਤਰ੍ਹਾਂ ਮੁਲਵਸ ਨੇ। DGISPR ਦੀ ਇਹ ਗੱਲ ਐਨ ਹਕੀਕਤ ਹੈ। ਅਸੀਂ ਪੰਜਾਬੀ ਇਹ ਗੱਲ ਬਾਰ-ਬਾਰ ਕਰ ਰਹੇ ਹਾਂ ਕਿ ਅਫਗਾਨ ਮੁਹਾਜਰੀਨ ਉੱਤੇ ਸਰਕਾਰੀ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹੈ। ਇਹਨਾਂ ਨੇ ਪੰਜਾਬ ਵਿੱਚ ਅਜਿਹੇ ਮਾਫੀਆ ਦਾ ਰੂਪ ਧਾਰ ਲਿਆ ਹੈ ਕਿ ਨਾ ਸਾਡਾ ਆਮ ਸ਼ਹਿਰੀ ਮਹਿਫੂਜ਼ ਹੈ ਅਤੇ ਨਾ ਹੀ ਸਾਡੇ ਕਾਰੋਬਾਰੀ ਲੋਕਾਂ ਨੂੰ ਤਹਫ਼ੁਜ਼ ਹਾਸਲ ਹੈ। ਇਸ ਤੋਂ ਪਹਿਲਾਂ ਵੀ ਅਫਗਾਨੀ ਵੱਡੇ ਜੁਰਮਾਂ ਵਿੱਚ ਮੁਲਵਸ ਰਹੇ ਨੇ, ਕਬਜ਼ਾਗੀਰੀ ਹੋਵੇ ਜਾਂ ਫਿਰ ਉਜਰਤੀ ਕਾਤਲਾਂ ਦੇ ਟੋਲੇ। ਸਾਨੂੰ ਹਰ ਗੈਰ ਕਾਨੂੰਨੀ ਸਰਗਰਮੀ ਵਿੱਚ ਕੋਈ ਨਾ ਕੋਈ ਅਫਗਾਨੀ ਜਾਂ ਗੈਰ ਮੁਕਾਮੀ ਵਿਖਾਈ ਦਿੰਦਾ ਹੈ। ਮੈਂ ਹਮੇਸ਼ਾ ਤੋਂ ਆਖਦਾ ਆਇਆ ਵਾਂ ਕਿ ਅਫਗਾਨ ਜੇਕਰ ਸਾਡੇ ਨਾਲ ਮਜ਼ਹਬ ਦੀ ਬੁਨਿਆਦ 'ਤੇ ਜੁੜ ਰੱਖਣ ਦਾ ਦਾਅਵਾ ਕਰਦੇ ਨੇ ਅਤੇ ਫਿਰ ਉਹ ਸਾਡੇ ਸਮਾਜੀ ਰਵੱਈਏ ਅਤੇ ਅਹਿਸਾਨਾਂ ਦਾ ਵੀ ਇਹਤਰਾਮ ਕਰਨ। ਬਦਕਿਸਮਤੀ ਨਾਲ ਅਫਗਾਨਿਸਤਾਨ ਦੇ ਲੋਕਾਂ ਨੇ ਸਾਡੇ ਅਹਿਸਾਨ ਕੀ ਮੰਨਣੇ ਸਨ, ਉਲਟਾ ਅਹਿਸਾਨ ਫਰਮੋਸ਼ੀ ਦੀਆਂ ਅਜਿਹੀਆਂ ਮਿਸਾਲਾਂ ਬਣ ਕੇ ਸਾਹਮਣੇ ਆ ਰਹੇ ਨੇ ਜਿਹੜੀਆਂ ਉਹਨਾਂ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰ ਰਹੀਆਂ ਨੇ। ਅਸੀਂ 40 ਵਰ੍ਹਿਆਂ ਤੋਂ ਇਹਨਾਂ ਦਾ ਪੂਰਾ ਟੱਬਲ ਪਾਲ ਰਹੇ ਹਾਂ, ਪਰ ਐਡੇ ਥੋੜ੍ਹ ਦਿਲੇ ਨੇ ਕਿ ਪਾਕਿਸਤਾਨ ਕੋਲੋਂ ਮੈਚ ਹਾਰ ਕੇ ਆਪਣੇ ਮੋਸਟਾਂ ਉੱਤੇ ਹਮਲਾਵਰ ਹੋ ਜਾਂਦੇ ਨੇ। ਖਾਂਦੇ ਪਾਕਿਸਤਾਨ ਦਾ ਨੇ, ਪਰ ਬੋਲੀ ਸਾਡੇ ਦੁਸ਼ਮਣ ਹਿੰਦੁਸਤਾਨ ਦੀ ਬੋਲਦੇ ਨੇ। ਖਾਲੀ ਮੈਚ ਦੀ ਗੱਲ ਨਹੀਂ, ਬਲਕਿ ਮੈਂ ਤਾਂ ਜਿਸ ਅਫਗਾਨੀ ਨੂੰ ਮਿਲਿਆ ਉਹਦੇ ਅੰਦਰ ਪਾਕਿਸਤਾਨ ਨਾਲ ਨਫ਼ਰਤ ਦਾ ਇੱਕ ਪਾਂਬੜ ਬਲਦਾ ਵੇਖਿਆ ਹੈ। ਹੁਣ ਮੈਂ ਨਹੀਂ ਜਾਣਦਾ ਕਿ ਇਹਦੇ ਪਿਛੋਕੜ ਵਿੱਚ ਕੀ ਹੈ। ਅਫਗਾਨੀ ਹਮੇਸ਼ਾ ਅਹਿਸਾਨ ਫਰਾਮੋਸ਼ ਅਤੇ ਅਜਿਹੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਿਹਦੇ ਮਗਰੋਂ ਬੰਦਾ ਇਹ ਸੋਚਣ 'ਤੇ ਮਜਬੂਰ ਹੋ ਜਾਂਦਾ ਹੈ ਕਿ ਅਸਾਂ ਇਹਦੇ ਨਾਲ ਚੰਗੀ ਕਿਉਂ ਕੀਤੀ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਪਖਤੂਨ ਜਾਂ ਅਫਗਾਨੀ ਅਹਿਸਾਨ ਫਰਾਮੋਸ਼ ਨੇ, ਬਲਕਿ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਨਾ ਸਿਰਫ ਦੇਸ਼ ਪੰਜਾਬ ਨਾਲ ਮੁਹੱਬਤ ਕਰਦੇ ਨੇ,
ਬਲਕਿ ਸਾਡੇ ਲਈ ਬੜੇ ਸ਼ਲਾਘਾਯੋਗ ਨੇ। ਮੈਂ ਕੌਮਪ੍ਰਸਤ ਪੰਜਾਬੀ ਹਾਂ, ਪਰ ਮੇਰੇ ਆਪਣੇ ਦਫ਼ਤਰ ਵਿੱਚ ਕਈ ਮੁੰਡੇ ਆਪਣੀ ਪਸ਼ਤੂਨ ਸ਼ਨਾਖਤ ਨਾਲ ਕੰਮ ਕਰ ਰਹੇ ਨੇ। ਮੈਨੂੰ ਇਹ ਗੱਲ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਬੱਚੇ ਹਮੇਸ਼ਾ ਤੋਂ ਇਨਸਾਨ ਦੋਸਤੀ ਦੀ ਮਿਸਾਲ ਬਣ ਕੇ ਮੇਰੇ ਨਾਲ ਚੱਲੇ ਅਤੇ ਬਾਂਹ ਬੇਲੀ ਬਣ ਕੇ ਹਰ ਮੈਦਾਨੇ ਖਲੋਤੇ। ਪਰ ਇਹਨਾਂ ਜਾਂ ਅਜਿਹੇ ਦੂਜੇ ਸੱਜਣਾ ਮਿੱਤਰਾਂ ਦੀ ਬਦਨਾਮੀ ਉਦੋਂ ਹੁੰਦੀ ਹੈ ਜਦ ਕੋਈ ਅਫਗਾਨ ਜਾਂ ਦੂਜਾ ਨਮਕ ਹਰਾਮੀ ਕਰੇ। ਅਸੀਂ ਇਹ ਗੱਲ ਤੇ ਆਖਦੇ ਰਵਾਂਗੇ ਕਿ ਸਾਨੂੰ ਇਹ ਆਖਣ ਦਾ ਹੱਕ ਵੀ ਹਾਸਲ ਹੈ, ਕਿਉਂ ਜੀ ਅਸੀਂ ਇਹਨਾਂ ਦੇ ਹੱਥੋਂ ਬਾਰ-ਬਾਰ ਡੱਗੇ ਜਾ ਰਹੇ ਹਾਂ। ਪਰ ਹੁਣ ਵੇਲਾ ਆ ਗਿਆ ਹੈ ਕਿ ਸਾਡੇ ਪਖਤੂਨ ਭਰਾ ਆਪ ਆਪਣੇ ਅਮਲ ਤੋਂ ਸਾਬਤ ਕਰਨ ਕਿ ਉਹ ਇਹਨਾਂ ਅਫਗਾਨੀਆਂ ਦੇ ਨਾਲ ਨਹੀਂ ਜਿਹੜੇ ਪਾਕਿਸਤਾਨ, ਪੰਜਾਬ ਅਤੇ KP ਦੇ ਲੋਕਾਂ ਦੀ ਬਦਨਾਮੀ ਦਾ ਸਬਬ ਬਣ ਰਹੇ ਨੇ, ਬਲਕਿ ਸਾਡਾ ਪਖਤੂਨ ਆਪਣੀ ਧਰਤੀ ਅਤੇ ਇਸ ਦੇਸ਼ ਦਾ ਵਫਾਦਾਰ ਹੈ। ਇਹ ਗੱਲ ਉਹਨਾਂ ਨੇ ਆਪਣੇ ਅਮਲ ਤੋਂ ਸਾਬਤ ਕਰਨੀ ਹੈ। ਜਿਵੇਂ ਪਿਛਲੇ ਦਿਨੀਂ ਅਲੀ ਅਮੀਨ ਗੰਡਾਪੁਰ ਨੇ ਇੱਕ ਬੜੀ ਸੱਚੀ ਅਤੇ ਖਰੀ ਗੱਲ ਕਰਕੇ ਦੇਸ਼ ਪੰਜਾਬ ਦੇ ਵਸਣ ਵਾਲਿਆਂ ਦਾ ਦਿਲ ਜਿੱਤਿਆ ਕਿ ਕਾਲਾਬਾਗ ਡੈਮ ਸਿਆਸਤ ਨੂੰ ਲਾਂਭੇ ਰੱਖ ਕੇ ਤਾਮੀਰ ਕਰਨਾ ਚਾਹੀਦਾ ਹੈ। ਉਹਨਾਂ ਦੀ ਗੱਲ 16 ਆਨੇ ਠੀਕ ਸੀ, ਪਰ ਕੀ ਕਰੀਏ ਉਹ ਜ਼ਹਿਰੀਲੀ ਨਫ਼ਰਤ ਦਾ ਜਿਹਨੇ ਸਿੰਧ ਦੇ ਨਾਲ ਨਾਲ KP ਨੂੰ ਵੀ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ। ਉਹਨਾਂ ਲਈ ਨਾ ਸਿਰਫ ਮੁਸ਼ਕਲਾਤ ਖੜੀਆਂ ਕੀਤੀਆਂ ਗਈਆਂ, ਬਲਕਿ PT ਦੇ ਅੰਦਰੋਂ ਆਵਾਜ਼ਾਂ ਬੁਲੰਦ ਹੋਈਆਂ ਕਿ ਕਾਲਾਬਾਗ ਡੈਮ ਜਾਂ ਮਤਨਾਜ਼ਾ ਮਸੂਬੇ ਬਾਰੇ ਗੱਲ ਕਰਨਾ ਵੇਲੇ ਦੀ ਲੋੜ ਨਹੀਂ। ਇਹ ਉਹ ਖੁਦਗਰਜ਼ ਅਤੇ ਮੁਲਕ ਦੁਸ਼ਮਣ ਤਬਕਾ ਸੀ ਜਿਹਨੇ ਉਹਨਾਂ ਦੀ ਬੋਲੀ ਜਿਹੜੇ ਹਮੇਸ਼ਾ ਤੋਂ ਪਾਕਿਸਤਾਨ ਦੇ ਦੁਸ਼ਮਣ ਮੁਲਕਾਂ ਦੇ ਹੱਥੋਂ ਵਰਤੇ ਗਏ। ਅੱਜ ਵੇਲਾ ਹੈ ਕਿ ਦੇਸ਼ ਪੰਜਾਬ ਨਹੀਂ, ਪੂਰੇ ਪਾਕਿਸਤਾਨ ਦੇ ਬਕਾ ਲਈ ਅਸੀਂ ਇਕਮੁੱਠ ਹੋ ਕੇ ਸਿਆਸੀ ਮਫਾਦਾਂ ਨੂੰ ਇੱਕ ਪਾਸੇ ਰੱਖ ਕੇ ਅਜਿਹੇ ਮਨਸੂਬਿਆਂ 'ਤੇ ਗੌਰ ਕਰੀਏ ਜਿਹੜੇ ਪਾਕਿਸਤਾਨ ਦੀ ਸਲਾਮਤੀ ਅਤੇ ਲੁਕਾਈ ਦੀ ਬਿਹਤਰੀ ਦੀ ਜ਼ਮਾਨਤ ਹੋ ਸਕਦੇ ਨੇ। ਪਾਕਿਸਤਾਨ ਅਜਿਹੇ ਮੋੜ ਉੱਤੇ ਜਿੱਥੇ ਇਹਦੀ ਤਰੱਕੀ ਦਾ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ, ਦੁਨੀਆ ਦੀਆਂ ਵੱਡੀਆਂ ਤਾਕਤਾਂ ਇਹਦੇ ਨਾਲ ਖਲੋ ਰਹੀਆਂ ਨੇ ਅਤੇ ਇਹਦੇ ਔਖੇ ਵੇਲੇ ਵਿੱਚ ਸਾਥ ਦੇਣ ਦਾ ਦਾਅਵਾ ਵੀ ਕਰ ਰਹੀਆਂ ਨੇ। ਯਕੀਨੀ ਗੱਲ ਹੈ ਇਸ ਮੌਕੇ ਉੱਤੇ ਸਾਡਾ ਦੁਸ਼ਮਣ ਸਾਡੇ ਮੁਲਕ ਦੀ ਸਲਾਮਤੀ ਕਿਵੇਂ ਬਰਦਾਸ਼ਤ ਕਰੇਗਾ, ਔਰ ਉਹ ਹਮੇਸ਼ਾ ਉਹਨਾਂ ਲੋਕਾਂ ਨੂੰ ਵਰਤੇਗਾ ਜਿਹੜੇ ਇਸ ਤੋਂ ਪਹਿਲਾਂ ਉਹਦੇ ਹੱਥੋਂ ਇਸਤੇਮਾਲ ਹੁੰਦੇ ਰਹੇ। ਇਹਨਾਂ ਵਿੱਚ ਜਿੱਥੇ ਕੌਮਪ੍ਰਸਤ ਸਿੰਧੀ ਅਤੇ ਬਲੋਚ ਨੇ, ਉੱਥੇ ਅਫਗਾਨ ਵੀ ਬੜੀ ਵੱਡੀ ਗਿਣਤੀ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਪਾਕਿਸਤਾਨ ਪਿਛਲੇ 40 ਵਰ੍ਹਿਆਂ ਤੋਂ ਆਪਣੇ ਵਸਾਇਲ ਖੁਆ ਕੇ ਪਾਲ ਰਿਹਾ ਹੈ। ਇਹਨਾਂ ਅਫਗਾਨਾਂ ਉੱਤੇ ਕੜੀ ਨਿਗਰਾਨੀ ਦੀ ਲੋੜ ਹੈ। ਇਹਦੇ ਨਾਲ ਨਾਲ ਹੁਣ ਅਜਿਹੀ ਪਾਲਿਸੀ ਇਖਤਿਆਰ ਕਰਨੀ ਚਾਹੀਦੀ ਹੈ ਕਿ ਕੋਈ ਵੀ ਅਜਿਹਾ ਅਫਗਾਨ ਪਾਕਿਸਤਾਨ ਵਿੱਚ ਨਾ ਤਾਂ ਕਾਰੋਬਾਰ ਕਰ ਸਕੇ, ਨਾ ਹੀ ਸਾਡੇ ਵਸਾਇਲ ਨੂੰ ਨਿਚੋੜ ਸਕੇ। ਸਾਡੇ ਇਦਾਰਿਆਂ ਨੂੰ ਜਿੱਥੇ ਪਾਕਿਸਤਾਨ ਦੀ ਖਾਰਜਾ ਪਾਲਿਸੀ ਉੱਤੇ ਇਤਮੀਨਾਨ ਦਾ ਇਜ਼ਹਾਰ ਕਰਨਾ ਚਾਹੀਦਾ ਹੈ, ਉੱਥੇ ਮੁਲਕ ਦੁਸ਼ਮਣ ਅਨਾਸਰ ਦੀ ਜੜ ਵੀ ਪੱਟਣੀ ਚਾਹੀਦੀ ਹੈ। ਤਾਂ ਹੀ ਪਾਕਿਸਤਾਨ ਖੁਸ਼ਹਾਲੀ ਅਤੇ ਤਰੱਕੀ ਦਾ ਸਫ਼ਰ ਜਾਰੀ ਰੱਖ ਸਕੇਗਾ। ਸੱਜਣ ਪਿਆਰਿਓ, ਇਸ ਉਮੀਦ ਨਾਲ ਕਿ ਪਾਕਿਸਤਾਨ ਦਾ ਹਰ ਦੁਸ਼ਮਣ ਗਰਕ ਹੋਵੇ ਅਤੇ ਪਾਕਿਸਤਾਨ ਹਮੇਸ਼ਾ ਰੱਬ ਰਸੂਲ ਦੇ ਸਾਏ ਵਿੱਚ ਰਹੇ। ਅੱਜ ਲਈ ਇਹ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।